मैं जसलीन कौर सरकारी कन्या सीनियर सैकेंडरी स्मार्ट स्कूल मंसूरा तो बेटे डिपार्टमेंट वालों तुहाडी पढ़ाई दे लई कुछ ना कुछ किया जाता है। समय समय ते नवीं नवीं चीज़ां तुहाडे लई लिआईਆਂ ਜਾਂਦੀਆਂ ਹਨ। इस वारी लॉकडाउन विच बच्चों तुहाडे लई पढ़ाओ पंजाब टीम ने स्लाइड्स बनाईਆਂ ਹਨ ਤੇ हर रोज ਆਪਾਂ ਤੁਹਾਨੂੰ एक स्लाइड भेजते हाँ क्योंकि हुण PAS नज़दीक आ रहा है ते उसकी तैयारी वास्ते तुसी सारियां स्लाइड्स नू बहुत चंगी तरह समझोगे क्योंकि ये विच सारा बेसिक मैथमेटिक्स है। जे सानू बेसिक चंगी तरह आ जाएगा तो बहुत सारे कॉन्सैप्ट सानू बहुत वधिया तरह क्लीयर हो जाएंगे। बच्चों सब तो पहली स्लाइड है नैचुरल नंबर्स की, प्राकृतिक संख्यावां। ਤੁਹਾਨੂੰ पता है प्राकृतिक संख्यावां की ਹੁੰਦੀਆਂ ਹਨ, ਤੁਸੀਂ ਛੋਟੇ ਹੁੰਦਿਆਂ ਤੋਂ ਪੜ੍ਹਦੇ ਆ ਰਹੇ ਹੋ। ਤੇ ਨੈਚੁਰਲ ਨੰਬਰਸ ਉਹ ਨੰਬਰਸ ਹਨ ਜੋ ਕਿ 1 ਤੋਂ ਸ਼ੁਰੂ ਹੁੰਦੇ ਹਨ ਤੇ ਅਣਗਿਣਤ ਚਲਦੀਆਂ ਹਨ ਬੇਟਾ। 1 2 3 4 ਅਣਗਿਣਤ ਜਿਹੜੀਆਂ ਨੇ ਉਹ प्राकृतिक ਸੰਖਿਆਵਾਂ ਹਨ। ਇਸ ਤੋਂ ਅਗਲੀ ਸਲਾਈਡ ਹੈ ਬੇਟਾ ਪੂਰਨ ਸੰਖਿਆਵਾਂ ਦੀ। ਪੂਰਨ ਸੰਖਿਆਵਾਂ ਕੀ ਹਨ? ਜਦੋਂ ਅਸੀਂ प्राकृतिक ਸੰਖਿਆਵਾਂ ਦੇ ਅੱਗੇ 0 ਲਗਾ ਦਿੰਨੇ ਹਾਂ ਤਾਂ ਇਹ ਹੋਲ ਨੰਬਰਸ ਬਣ ਜਾਂਦੇ ਹਨ। ਇਹ ਵੀ ਅਣਗਿਣਤ ਸਮੇਂ ਲਈ ਚੱਲਦੇ ਹਨ ਅਤੇ ਕਦੀ ਖਤਮ ਨਹੀਂ ਹੁੰਦੇ। ਬੇਟੇ ਤੀਸਰੀ ਸਲਾਈਡਸ ਹੈ ਇੰਟੀਜਰਸ ਦੀ। ਇੰਟੀਜਰਸ ਨੂੰ ਅਸੀਂ ਸੰਪੂਰਨ ਸੰਖਿਆਵਾਂ ਆਖਦੇ ਹਾਂ। ਸੰਪੂਰਨ ਸੰਖਿਆਵਾਂ ਇਹਦੇ ਵਿੱਚ ਸਾਡੀਆਂ ਘਟਾਓ ਵਾਲੀਆਂ ਸੰਖਿਆਵਾਂ ਵੀ ਸ਼ਾਮਲ ਹੋ ਜਾਂਦੀਆਂ ਹਨ। ਇਸ ਤੋਂ ਅਗਲੀ ਸਲਾਈਡ ਹੈ ਜਿਸਤ ਸੰਖਿਆਵਾਂ ਦੀ। ਬੇਟੇ ਈਵਨ ਨੰਬਰਸ ਉਹ ਨੰਬਰਸ ਹਨ ਜਿਨ੍ਹਾਂ ਨੂੰ ਅਸੀਂ 2 ਨਾਲ ਡਿਵਾਈਡ ਕਰ ਸਕਦੇ ਹਾਂ, ਜਿਹੜੇ 2 ਤੇ ਭਾਗ ਕੀਤੇ ਜਾਂਦੇ ਹਨ। 2 4 6 8 10 ਜਿੰਨੀਆਂ ਵੀ ਸੰਖਿਆਵਾਂ ਦਾ ਇਕਾਈ ਅੰਕ 0 2 4 6 8 ਹੋਵੇ ਉਹ ਸਾਰੇ ਜਿਸਤ ਹੁੰਦੇ ਹਨ। ਉਸ ਤੋਂ ਬਾਅਦ ਆਈਆਂ ਟਾਂਕ ਸੰਖਿਆਵਾਂ, ਉਹ ਸੰਖਿਆਵਾਂ ਜਿਨ੍ਹਾਂ ਨੂੰ ਅਸੀਂ 2 ਨਾਲ ਭਾਗ ਨਹੀਂ ਕਰ ਸਕਦੇ ਅਤੇ ਜਿਨ੍ਹਾਂ ਦਾ ਇਕਾਈ ਅੰਕ 1 3 5 7 9 ਹੋਵੇ ਉਹ ਸਾਰੀਆਂ ਟਾਂਕ ਸੰਖਿਆਵਾਂ ਹੁੰਦੀਆਂ ਹਨ। ਬੇਟੇ ਇਸ ਤੋਂ ਬਾਅਦ ਆਈਆਂ ਅਭਾਜ ਸੰਖਿਆਵਾਂ। ਅਭਾਜ ਸੰਖਿਆਵਾਂ ਉਹ ਸੰਖਿਆਵਾਂ ਹਨ ਜਿਨ੍ਹਾਂ ਦਾ ਗੁਣਨਖੰਡ 1 ਅਤੇ ਉਹ ਆਪ ਸੰਖਿਆ ਹੁੰਦੀ ਹੈ, ਭਾਵ 1 ਉੱਤੇ ਇਸ ਦਾ ਫੈਕਟਰ ਹੁੰਦਾ ਹੈ ਅਤੇ ਜਿਵੇਂ 2 ਏਕਮ 2 3 ਏਕਮ 3 5 ਏਕਮ 5 7 ਏਕਮ 7। ਇਸ ਤੋਂ ਇਲਾਵਾ ਕਿਸੇ ਵੀ ਹੋਰ ਪਹਾੜੇ ਵਿੱਚ ਉਹ ਸੰਖਿਆਵਾਂ ਨਹੀਂ ਆਉਂਦੀਆਂ, ਜਿਵੇਂ 23 ਹੈ 29 ਹੈ 41 ਹੈ। ਬੇਟੇ ਇਹ ਸੰਖਿਆਵਾਂ ਜਿਹੜੀਆਂ ਨੇ ਜਿਵੇਂ ਇਹ ਕਿਸੇ ਵੀ ਹੋਰ ਪਹਾੜੇ ਵਿੱਚ नहीं आंदियां। जिवें है देखो अपने कोल संख्या है 41, यह एक अभाज संख्या है, ये किसी भी पहाड़े विच नहीं आ रही, सिर्फ 41 एकम 41। इसनू इंग्लिश विच प्राइम नंबर्स कहते हैं। इस तो अगली स्लाइड है बेटा कंपोजिट नंबर्स दी, भाज संख्यावां दी। भाज बेटे ये उसका उल्ट हो गया, वो संख्यावां जेड़ियां किसी होर पहाड़े विच आ जांदियां हन, किसी होर ते भाग हो जांदियां हन, किसी होर ते वंडिया जांदियां हन, जिस दे 2 तो ज्यादा गुणनखंड हुंदे हन। जिवें तुसीं देख ही रहे हो 4 6 8 9 10। इस तो इलावा होर जिवें 49 है 49, ये 7 दे पहाड़े विच आ रहा है। जिवें अपने कोल होर संख्यावां हन, अपने कोल 36 है 36, ये 6 दे पहाड़े ते जा रहा है। जिवें 24 है यह किसी पहाड़े विच आ रहा है। ਜਿਹੜੇ ਕਿਸੇ ਪਹਾੜੇ ਵਿੱਚ ਆ ਜਾਂਦੀਆਂ ਹਨ ਉਹ ਭਾਜ ਸੰਖਿਆਵਾਂ ਹੁੰਦੀਆਂ ਹਨ, ਜਿਹੜੀਆਂ ਭਾਜ ਹੋ ਜਾਂਦੀਆਂ ਹਨ, ਜਿਨ੍ਹਾਂ ਦੇ ਟੁਕੜੇ ਪਹਾੜੀਆਂ ਵਿੱਚ ਆ ਜਾਂਦੇ ਹਨ। ਇਸ ਤੋਂ ਅਗਲੀ ਆ ਗਈ ਸਹਿ ਅਭਾਜ। ਉਹ ਸੰਖਿਆਵਾਂ ਦਾ ਸਮੂਹ
यानी कि पेयर जोड़ा जिन्हां विच एक तो बिना कोई होर सांझा गुणनखंड ना होवे। जिवें तुसीं देख रहे हो बेटे, ये है 2 ते 3, ये किसी भी इन्हां विच कोई भी सांझा गुणनखंड नहीं है। मोटी जी लैंग्वेज विच आप जी समझ सकते हो कि जेड़ियां कदी भी कटियां नहीं जांदियां, जिन्हां विच कोई भी कॉमन फैक्टर नहीं हुंदा, जिवें 25 ਅਤੇ 49 किसी भी पहाड़े ते नहीं कटियां जा रहीਆਂ, ਉਹ को प्राइम ਹਨ, ਇੱਕ ਦੂਜੇ ਨਾਲ ਅਭਾਜ ਹਨ। ਇਸ ਤੋਂ ਬਾਅਦ ਆ ਗਈ ਬੇਟੇ HCF ਹਾਈਐਸਟ ਕਾਮਨ ਫੈਕਟਰ, ਜਿਸ ਨੂੰ ਆਪਾਂ ਪੰਜਾਬੀ ਵਿੱਚ ਮਹੱਤਵ ਸਮਾਪਵਰਤਕ ਆਖਦੇ ਹਾਂ। ਮਮਾ ਸੱਸਾ ਵਾਵਾ HCF ਬੇਟੇ ਕੀ ਹੁੰਦਾ ਹੈ? ਕੋਈ ਵੀ ਦੋ ਸੰਖਿਆਵਾਂ ਲੈ ਲਓ, ਉਹਨਾਂ ਦੇ ਵਿੱਚ ਆਪਾਂ ਉਹਨਾਂ ਦੇ ਗੁਣਨਖੰਡ ਬਣਾ ਲਏ ਬੇਟੇ, ਜਿਹੜਾ ਦੋਨਾਂ ਦਾ ਸਾਂਝਾ ਗੁਣਨਖੰਡ ਹੈ ਉਹ HCF ਹੈ। ਫॉर एग्जांपल ਇਹ ਦੇਖੋ, ਇਹ 2 ਹੈ, ਇਹ 6 ਹੈ। ਆਪਾਂ ਜੇ ਇਹਨਾਂ ਦੇ ਗੁਣਨਖੰਡ ਬਣਾਈਏ ਤਾਂ ਇਸ ਦੇ ਗੁਣਨਖੰਡ ਬਣੇ 2 ਏਕਮ 2, ਇਸ ਦੇ ਬਣੇ ਸਾਡੇ 2 ਗੁਣਾ 3। ਤਾਂ ਹੁਣ 2 ਅਤੇ 2 ਗੁਣਾ 3 ਦੇ ਵਿੱਚ ਸਾਂਝਾ ਕੀ ਆਇਆ? that is 2। तो ਇਹਨਾਂ ਦਾ 2 ਤੇ 6 ਦਾ HCF ਜਿਹੜਾ ਉਹ 2 ਹੋ ਗਿਆ। ਤੇ ਇੱਕ ਹੋਰ ਗੱਲ ਬੇਟੇ ਦੱਸਾਂਗੀ, ਜਿਹੜੀਆਂ 2 ਸੰਖਿਆਵਾਂ ਨੇ, ਮੰਨ ਲਓ 3 ਤੇ 5, ਤੁਸੀਂ ਤਾਂ ਕਹੋਗੇ ਇਸ ਦੇ ਵਿੱਚ ਤਾਂ ਕੋਈ ਸਾਂਝਾ ਗੁਣਨਖੰਡ ਹੀ ਨਹੀਂ ਹੈ, ਪਰ ਬੇਟੇ ਆਪਾਂ ਇੱਕ ਚੀਜ਼ ਹੁਣੇ ਕਰਕੇ ਹਟੇ ਆ, 3 ਗੁਣਾ 1 ਤੇ 5 ਗੁਣਾ 1। तो ਇਹਦਾ ਮਤਲਬ ਜਿਨ੍ਹਾਂ 'ਚ ਸਾਨੂੰ ਕੋਈ ਗੁਣਨਖੰਡ ਸਾਂਝਾ ਨਜ਼ਰ ਨਹੀਂ ਆਉਂਦਾ, ਉਹਨਾਂ ਵਿੱਚ ਇੱਕ ਸਾਂਝਾ ਗੁਣਨਖੰਡ ਹੁੰਦਾ ਹੈ, that is 1। तो ਇਹਨਾਂ ਦਾ ਜਿਹੜਾ HCF ਹੈ ਉਹ 1 ਹੋਏਗਾ। बेटे उस तो अगली चीज आ गई LCM, यानी कि लघुत्तम समापवर्तक, लीस्ट कॉमन मल्टीपल या लोएस्ट कॉमन मल्टीपल। एक ही हुंदा है बेटे, कोई भी दो संख्यावां अगर उन्हां दा आपां पहाड़ा लिख दईए, उन्हां दे मल्टीपल लिख दईए, ते जेड़ा सांझा मल्टीपल होएगा, जेड़ा सब तो पहला आएगा ओ वाला लीस्ट कॉमन मल्टीपल होएगा। जिवें बेटा देखो मैं एग्जांपल ले रही हां, ए देखो साडे कोल संख्या है 5, इधर साडे कोल संख्या है 15। 5 ਅਤੇ 15 ਦਾ LCM ਅਸੀਂ ਦੇਖਣਾ ਹੈ। 5 ਦਾ ਅਸੀਂ ਪਹਾੜਾ ਪੜਾਂਗੇ, 5 ਤੀਏ 15, ਤੇ 15 ਦਾ ਅਸੀਂ ਪਹਾੜਾ ਪੜਾਂਗੇ, 15 ਏਕਮ 15। तो ਜਿਹੜਾ 15 ਅੱਖਰ ਹੈ ਉਹ ਦੋਨਾਂ ਪਹਾੜਿਆਂ ਵਿੱਚ ਸਭ ਤੋਂ ਪਹਿਲਾਂ ਸਾਂਝਾ ਆਇਆ, 5 ਤੀਏ 15। ਤੀਜੇ ਨੰਬਰ ਤੇ ਸਾਡੇ ਕੋਲ ਜਿਹੜਾ 5 ਦੂਣੀ 10, 5 ਤੀਏ 15। तो 15 ਜਿਹੜਾ ਦੋਨਾਂ ਵਿੱਚ ਜਿਹੜਾ ਸਭ ਤੋਂ ਪਹਿਲਾਂ ਸਾਂਝਾ ਆ ਰਿਹਾ ਹੈ। तो ए लोएस्ट हो गया मल्टीपल, जेड़ा कॉमन है दोनों विच कॉमन मल्टीपल है, और सब तो लोएस्ट है दैट इज 15। ते बेटे इत्थे मैं तुहानू थोड़े जे ट्रिक्स भी दसने चाहूंगी, जिहदे नाल तुसी 1 मिनट विच ओरल जेड़ा है, ओरल तरीके दे नाल अपने ट्रिक दे नाल फटाफट जेड़ा LCM है वो कढ सकोगे। देखो जेड़ियां दो संख्यावां विचों छोटी संख्या दे पहाड़े दे विच वड्डी संख्या आ रही होवे, तां जेड़ी वड्डी संख्या है वो तुहाडा की होएगी? LCM होएगी। और जदों कदी भी दो संख्यावां दे विच तुहानू कोई भी संख्या सांझी नजर ना आ रही होवे, जिवें 5 ते 3 है, इन्हां विच कल्ला 1 सांझा है, ਤਾਂ ਇਹਨਾਂ ਨੂੰ ਗੁਣਾ ਕਰਕੇ LCM ਆਏਗਾ 5 ਤੀਏ 15। ਇਸ ਤੋਂ ਇਲਾਵਾ ਹੋਰ ਵੀ ਛੋਟੇ-ਛੋਟੇ ਟ੍ਰਿਕਸ ਹਨ ਜਿਨ੍ਹਾਂ ਨਾਲ ਅਸੀਂ ਜ਼ਬਾਨੀ LCM ਕੱਢ ਸਕਦੇ ਹਾਂ। ਬੇਟੇ ਦੋ ਸੰਖਿਆਵਾਂ ਜਿਵੇਂ 5 ਅਤੇ 5, ਇਹਨਾਂ ਦਾ LCM ਕੀ ਆਏਗਾ? 5 ਆਏਗਾ। ਇਸ ਤੋਂ ਅਗਲੀ ਸਲਾਈਡ ਹੈ ਬੇਟੇ, that is 11ਵੀਂ ਸਲਾਈਡ ਹੈ ਸੰਖਿਆ ਪ੍ਰਣਾਲੀ ਦੀ, ਯਾਨੀ ਕਿ ਨੰਬਰ ਸਿਸਟਮ। ਹੁਣ ਤੱਕ ਅਸੀਂ ਜਿੰਨੀਆਂ ਵੀ ਸੰਖਿਆਵਾਂ ਪੜ੍ਹੀਆਂ ਹਨ ਇਹ ਨੰਬਰ ਸਿਸਟਮ ਦੇ ਅੰਡਰ ਆਉਂਦੀਆਂ ਹਨ, ਪਰ ਬੇਟੇ ਸੰਖਿਆ ਪ੍ਰਣਾਲੀ ਦੇ ਵਿੱਚ ਸੰਖਿਆਵਾਂ ਨੂੰ ਅਸੀਂ ਕਿਸ ਤਰ੍ਹਾਂ ਡਿਨੋਟ ਕਰਦੇ ਹਾਂ
ਉਹ ਨੰਬਰ ਸਿਸਟਮ ਵਿੱਚ ਸਾਨੂੰ ਪਤਾ ਲੱਗਦਾ ਹੈ। ਬੇਟੇ ਦੇਖ ਰਹੇ ਹੋ ਤੁਸੀਂ ਹਿੰਦੂ ਅਰਬੀ ਸੰਖਿਆ ਪ੍ਰਣਾਲੀ ਹੈ, ਉਸ ਵਿੱਚ 1 2 3 4 5 ਇਹ ਸੰਖਿਆਵਾਂ ਚੱਲਦੀਆਂ ਹਨ। ਅਤੇ ਜਿਹੜੀਆਂ ਰੋਮਨ ਹਨ ਇਹਦੇ ਵਿੱਚ ਅਸੀਂ 1 2 3 4 5 ਇਹ ਤੁਸੀਂ ਦੇਖ ਰਹੇ ਹੋ ਇੱਕ ਪ੍ਰਣਾਲੀ ਹੈ। ਤੁਸੀਂ ਇਹ 6ਵੀਂ ਕਲਾਸ ਵਿੱਚ ਇਹਨੂੰ ਪੜ੍ਹਿਆ ਹੈ, ਕਿਸ ਤਰ੍ਹਾਂ ਆਪਾਂ ਸੰਖਿਆਵਾਂ ਇਸ ਵਿੱਚ ਲਿਖਦੇ ਹਾਂ। ਇਸ ਤੋਂ ਬਾਅਦ ਬੇਟੇ ਇਸ ਵਿੱਚ 2 ਨੰਬਰ ਸਿਸਟਮ ਮੇਨ ਹਨ ਜੋ ਤੁਹਾਨੂੰ ਦੱਸਿਆ ਹਨ। ਇਸ ਤੋਂ ਇਲਾਵਾ ਇੰਟਰਨੈਸ਼ਨਲ ਸਿਸਟਮ ਹੈ ਬੇਟੇ, ਜਿਹਦੇ ਚ ਮਿਲੀਅਨ ਬਿਲੀਅਨਸ ਆ ਜਾਂਦੇ ਹਨ। ਇੱਕ ਇੰਡੀਅਨ ਸਿਸਟਮ ਹੈ ਜਿਹੜਾ ਆਪਾਂ ਯੂਜ਼ ਕਰਦੇ ਹਾਂ, ਲੱਖ, ਹਜ਼ਾਰ, ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000, ਲੱਖ, 10 ਲੱਖ, ਕਰੋੜ, 10 ਕਰੋੜ, ਇਹ ਸੰਖਿਆਵਾਂ ਇਸ ਤਰ੍ਹਾਂ ਸਿਸਟਮ ਹੋ ਚੱਲਦਾ ਹੈ। ਇਸ ਤੋਂ ਬਾਅਦ ਬੇਟੇ ਆਪਣੀ ਅਗਲੀ ਜਿਹੜੀ ਆਈ ਹੈ ਜੁੜਾਤਮਕ ਉਲਟ ਦੀ 12ਵੀਂ ਸਲਾਈਡ ਹੈ ਬੇਟਾ। 8ਵੀਂ ਵਿੱਚ ਇਸ ਦੇ ਸਵਾਲ ਹਨ, 7ਵੀਂ ਵਿੱਚ ਵੀ ਇਸ ਨਾਲ ਰਿਲੇਟਡ ਸਮਸ ਹਨ। ਜੁੜਾਤਮਕ ਉਲਟ ਕੀ ਹੈ ਬੇਟੇ? ਜਦੋਂ ਵੀ ਕਿਸੇ ਸੰਖਿਆ ਵਿੱਚ ਕੋਈ ਸੰਖਿਆ ਆਪਾਂ ਜੋੜ ਦਈਏ ਤੇ 0 ਸਾਨੂੰ ਆ ਜਾਵੇ, ਪ੍ਰਾਪਤ 0 ਪ੍ਰਾਪਤ ਹੋ ਜਾਏ। ਜਿਵੇਂ 2 ਹੈ, ਇਸ ਵਿੱਚ ਅਗਰ ਅਸੀਂ -2 ਨੂੰ ਜੋੜਾਂਗੇ 2 - 2 ਇਹ ਸਾਡਾ 0 ਬਣ ਗਿਆ। ਯਾਨੀ ਕਿ ਜਿਹੜੀ ਧਨਾਤਮਕ ਸੰਖਿਆ ਹੈ ਅਗਰ ਉਸ ਦੇ ਨਾਲ ਅਸੀਂ ਮਾਈਨਸ ਦਾ ਚਿੰਨ੍ਹ ਲਾ ਦਈਏ ਤਾਂ ਉਸ ਦਾ ਜੁੜਾਤਮਕ ਉਲਟ ਸਾਨੂੰ ਪ੍ਰਾਪਤ ਹੁੰਦਾ ਹੈ। ਬੇਟੇ ਇਸ ਤੋਂ ਅਗਲੀ ਸੰਖਿਆ ਹੈ ਪਰਫੈਕਟ ਨੰਬਰ। ਪਰਫੈਕਟ ਨੰਬਰ ਆਦਰਸ਼ ਸੰਖਿਆ ਮੈਥਮੈਟਿਕਸ ਚ ਅਸੀਂ ਕਿਸ ਨੂੰ ਕਹਿੰਦੇ ਹਾਂ? ਉਹ ਸੰਖਿਆ ਜਿਸ ਦੇ ਸਾਰੇ ਗੁਣਨਖੰਡਾਂ ਦਾ ਜੋੜ ਉਸ ਸੰਖਿਆ ਦਾ ਦੁੱਗਣਾ ਹੋਵੇ। ਜਿਵੇਂ ਦੇਖੋ ਇਹ ਸੰਖਿਆ ਹੈ 28, 28 ਦਾ ਅਸੀਂ ਦੁੱਗਣਾ ਕਰਦੇ ਹਾਂ ਸਾਡੇ ਕੋਲ 56 ਆ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਵੀ ਕੁਝ ਸੰਖਿਆਵਾਂ ਹਨ, ਮਲਟੀਪਲ ਆਫ 28, 28 ਦੇ ਅਸੀਂ ਅਗਰ ਮਲਟੀਪਲ ਲਿਖੀਏ 1 2 4 7 14 28 ਹਨ। ਅਗਰ ਅਸੀਂ ਇਹਨਾਂ ਸਾਰਿਆਂ ਨੂੰ ਜੋੜ ਦਿੰਨੇ ਹਾਂ ਸਾਨੂੰ 56 ਪ੍ਰਾਪਤ ਹੋ ਜਾਂਦਾ ਹੈ। ਤੇ ਅਸੀਂ ਅਗਰ 28 ਦਾ ਦੁੱਗਣਾ ਕਰੀਏ ਤਾਂ ਉਹ ਵੀ 56 ਆ ਜਾਂਦਾ ਹੈ। ਇਸ ਦਾ ਮਤਲਬ ਇੱਥੇ 28 ਜਿਹੜੀ ਹੈ ਉਹ ਇੱਕ ਪਰਫੈਕਟ ਨੰਬਰ ਹੈ, ਆਦਰਸ਼ ਸੰਖਿਆ ਹੈ। ਇਸ ਤੋਂ ਬਾਅਦ ਬੇਟੇ ਅਗਲੀ ਸਲਾਈਡ 13 ਹੈ ਜੋ ਕਿ ਫੈਕਟਰ ਨਾਲ ਰਿਲੇਟਡ ਹੈ, ਗੁਣਨਖੰਡ ਨਾਲ ਸੰਬੰਧਿਤ ਹੈ। ਫੈਕਟਰ ਹੁੰਦਾ ਕੀ ਹੈ ਬੇਟੇ? ਜਦੋਂ ਵੀ ਕਿਸੇ ਸੰਖਿਆ ਦੇ ਅਸੀਂ ਭਾਜਕ ਲੱਭ ਲੈਂਦੇ ਹਾਂ, ਪੂਰਾ ਜਦੋਂ ਕੋਈ ਸੰਖਿਆ ਭਾਜ ਹੋ ਜਾਂਦੀ ਹੈ, ਭਾਗ ਹੋ ਜਾਂਦੀ ਹੈ ਤਾਂ ਉਸ ਦੇ ਭਾਜਕ ਆ ਜਾਂਦੇ ਹਨ। ਜਿਵੇਂ ਆਪਾਂ ਸੰਖਿਆ ਲਈ 4, ਅਗਰ ਅਸੀਂ ਇਸ ਦੇ ਫੈਕਟਰ ਲਿਖਾਂਗੇ 1 2 ਅਤੇ 4 ਹੋਣਗੇ। ਇਹਨਾਂ 3 ਸੰਖਿਆਵਾਂ ਦੇ ਨਾਲ ਇਹ ਪੂਰੀ ਭਾਗ ਹੋ ਜਾਂਦੀ ਹੈ, ਇਸ ਲਈ ਇਹ ਇਸ ਦੇ ਭਾਜਕ ਹੋ ਜਾਣਗੇ। ਤੇ ਉਸ ਤੋਂ ਅਗਲੀ ਸੰਖਿਆ ਹੈ ਗੁਣਜ। ਫੈਕਟਰ ਤੇ ਗੁਣਜ ਦਾ ਫਰਕ ਸਮਝਣਾ ਬਹੁਤ ਜ਼ਰੂਰੀ ਹੈ ਬੇਟੇ। ਗੁਣਜ ਹੁੰਦਾ ਹੈ ਮਲਟੀਪਲ। ਮਲਟੀਪਲ ਕਹਿੰਦੇ ਹਨ ਜਿਸ ਤਰ੍ਹਾਂ ਇਹ ਦੇਖੋ 28 ਹੈ, ਇਹ 4 ਦੇ ਪਹਾੜੇ ਵਿੱਚ ਆਇਆ, 4 × 7 28, 4 7 28 ਤੇ 4 ਤੇ 7 ਜੋ ਦੋਨੋਂ ਜਿਹੜੇ ਨੇ 28 ਦੇ ਮਲਟੀਪਲ ਹੋ ਗਏ। ਇਹ ਮਲਟੀਪਲ ਜਦੋਂ ਅਸੀਂ ਲੀਸਟ ਕਾਮਨ ਮਲਟੀਪਲ ਪਤਾ ਕਰਦੇ ਹਾਂ ਉਦੋਂ ਅਸੀਂ ਮਲਟੀਪਲਸ ਲਿਖਦੇ ਹਾਂ, ਤੇ ਜਦੋਂ ਅਸੀਂ HCF ਪਤਾ ਕਰਦੇ ਹਾਂ ਉਦੋਂ ਅਸੀਂ ਇਸ ਤੋਂ ਪਹਿਲੀ ਜਿਹੜੀ ਸਲਾਈਡ ਹੈ ਇਹ ਵਾਲੀ ਫੈਕਟਰਸ ਵਾਲੀ, ਉਦੋਂ ਅਸੀਂ ਫੈਕਟਰਸ ਲਿਖਦੇ ਹਾਂ, ਉਸਦੇ ਗੁਣਨਖੰਡ ਲਿਖਦੇ ਹਾਂ। ਇਸ ਤੋਂ ਅਗਲੀ ਸਲਾਈਡ ਹੈ ਬੇਟਾ ਭਿੰਨਾਂ ਦੀ। ਭਿੰਨ ਕੀ ਹੁੰਦਾ ਹੈ? ਕਿਸੇ ਪੂਰਨ ਦਾ ਭਾਗ ਭਿੰਨ ਹੁੰਦਾ ਹੈ। ਇਸ ਨੂੰ ਅਸੀਂ ਸਲੈਸ਼ ਰਾਹੀਂ, ਬਟੇ ਰਾਹੀਂ ਲਿਖਦੇ ਹਾਂ ਬੇਟੇ। ਇਸ ਦਾ ਉੱਪਰਲਾ ਭਾਗ ਅੰਸ਼ ਹੁੰਦਾ ਹੈ ਨਿਊਮਰੇਟਰ ਅਤੇ ਲੋਅਰ ਭਾਗ ਡਿਨੋਮੀਨੇਟਰ ਹੁੰਦਾ ਹੈ, that is ਹਰ। ਹੇਠਲੇ ਹਿੱਸੇ ਨੂੰ ਹਰ ਬੋਲਦੇ ਹਨ ਬੇਟੇ। ਜਿਵੇਂ ਮੈਂ ਤੁਹਾਨੂੰ ਇੱਥੇ ਲਿਖ ਕੇ ਦਿਖਾਣੀ ਇੱਕ ਸੰਖਿਆ, ਜਿਵੇਂ ਸਾਡੇ ਕੋਲ ਹੈ, ਇੱਕ ਮਿੰਟ, ਜਿਵੇਂ ਸਾਡੇ ਕੋਲ ਸੰਖਿਆ ਹੈ 2 ਬਟਾ 3, ਤਾਂ ਇਸ ਵਿੱਚ 2 ਅੰਸ਼ ਹੈ ਅਤੇ 3 ਇਸ ਦਾ ਹਰ ਹੈ। 2 ਨਿਊਮਰੇਟਰ ਹੈ ਤੇ 3 ਡਿਨੋਮੀਨੇਟਰ ਹੈ ਬੇਟੇ। ਇਸ ਤੋਂ ਅਗਲੀ ਸੰਖਿਆ ਹੈ, ਇਸ ਤੋਂ ਅਗਲੀ ਸਲਾਈਡ ਹੈ ਉਚਿਤ ਭਿੰਨ। ਜਿਵੇਂ ਤੁਸੀਂ ਹੁਣੇ ਕਰਕੇ ਹਟੇ ਹੋ ਬੇਟਾ, ਉਸੇ ਤਰ੍ਹਾਂ ਅੱਗੋਂ ਭਿੰਨਾਂ ਦੀਆਂ ਕਿਸਮਾਂ ਚੱਲ ਰਹੀਆਂ ਹਨ। ਉਚਿਤ ਭਿੰਨ ਉਹ ਹੁੰਦੀ ਹੈ ਜਿਸ ਵਿੱਚ
ਅੰਸ਼ ਹਰ ਤੋਂ ਛੋਟਾ ਹੁੰਦਾ ਹੈ। ਜਿਵੇਂ ਦੇਖੋ 3/4, तो ਜਿਹੜਾ 3 ਹੈ ਇਹ 4 ਨਾਲੋਂ ਛੋਟਾ ਹੈ। ठीक है, 1/2 ਇੱਕ ਛੋਟਾ ਹੈ, 9/10 ਇਸ ਵਿੱਚ 9 ਛੋਟਾ ਹੈ। ਜਿਸ ਵਿੱਚ ਅੰਸ਼ ਛੋਟਾ ਹੋ ਗਿਆ ਉਹ ਉਚਿਤ ਭਿੰਨ ਹੋ ਗਈ। ਇਸ ਤੋਂ ਅਗਲੀ ਉਲਟ ਅਣਉਚਿਤ ਭਿੰਨ ਆ ਗਈ। ਅਣਉਚਿਤ ਭਿੰਨ ਉਸ ਤੋਂ ਉਲਟ ਹੈ। ਇਸ ਭਿੰਨ ਦੇ ਵਿੱਚ ਬੇਟੇ ਸਾਡਾ ਅੰਸ਼ ਵੱਡਾ ਹੋ ਗਿਆ ਤੇ ਹਰ ਜਿਹੜਾ ਉਹ ਛੋਟਾ ਹੋ ਗਿਆ। ਅਣਉਚਿਤ ਭਿੰਨ ਹੋ ਗਈ, ਉਸ ਤੋਂ ਉਲਟ ਹੋ ਗਈ। ਬੇਟੇ ਹਮੇਸ਼ਾ ਯਾਦ ਰੱਖੋ ਅਣਉਚਿਤ ਭਿੰਨ ਕੀ ਹੋਏਗੀ, ਜਿਸ ਵਿੱਚ ਅੰਸ਼ ਜਿਹੜਾ ਉਹ ਵੱਡਾ ਹੋ ਜਾਏਗਾ ਤੇ ਹਰ ਛੋਟਾ ਹੋ ਜਾਏਗਾ। ਇਸ ਤੋਂ ਅੱਗੋਂ ਬੇਟੇ ਆ ਗਈ ਸਾਡੀ ਮਿਸ਼ਰਤ ਭਿੰਨ। ਮਿਸ਼ਰਤ ਭਿੰਨ ਕੀ ਹੁੰਦੀ ਹੈ? ਮਿਸ਼ਰਤ ਭਿੰਨ ਬੇਟਾ ਉਹ ਭਿੰਨ ਹੈ ਜੋ ਕਿ ਮਿਕਸਡ ਹੈ, ਮਿਕਸਡ ਫ੍ਰੈਕਸ਼ਨ ਹੈ। ਜਿਵੇਂ ਅਸੀਂ ਲਿਖਦੇ ਹਾਂ 1 ਸਹੀ 1/2, 1 ਸਹੀ 1/2। ਇਹ 1.5 ਹੁੰਦਾ ਹੈ ਬੇਟਾ। ਇਹਦੇ ਵਿੱਚ ਇੱਕ ਪੂਰਨ ਸੰਖਿਆ ਪਈ ਹੈ ਅਤੇ ਇੱਕ ਅੱਧੀ ਸੰਖਿਆ ਪਈ ਹੈ, ਭਿੰਨ ਪਈ ਹੈ। ਪੂਰਨ ਅਤੇ ਭਿੰਨ ਦਾ ਜਦੋਂ ਮੇਲ ਹੋ ਜਾਂਦਾ ਹੈ ਤਾਂ ਸਾਡੇ ਕੋਲ ਮਿਕਸਡ ਫ੍ਰੈਕਸ਼ਨ ਬਣ ਜਾਂਦੇ ਹਨ। 1.5, 2.5, 3.5, 4.5, 5 ਇਹ ਸਾਰੀਆਂ ਜੋ ਹਨ ਮਿਸ਼ਰਤ ਭਿੰਨ ਦੀਆਂ ਉਦਾਹਰਨਾਂ ਹਨ। ਇਸ ਤੋਂ ਬਾਅਦ ਬੇਟੇ ਦਸ਼ਮਲਵ ਸੰਖਿਆ ਕੀ ਹੁੰਦੀ ਹੈ? ਦਸ਼ਮਲਵ ਕੀ ਹੁੰਦਾ ਹੈ? ਦਸ਼ਮਲਵ ਬੇਟੇ ਆਪਾਂ ਕਹਿੰਦੇ ਆ ਜਿਵੇਂ ਆਪਾਂ 4.5 ਲਿਖਣਾ ਹੈ ਤਾਂ 4.5 ਲਿਖਾਂਗੇ। ਇਹ 4.5 ਹੈ, ਇਹ ਦਸ਼ਮਲਵ ਲੱਗਾ ਹੋਇਆ ਹੈ। ਦਸ਼ਮਲਵ ਇੱਕ ਪ੍ਰਤੀਕ ਹੈ ਜੋ ਕਿਸੇ ਸੰਖਿਆ ਦੇ 10ਵੇਂ ਭਾਗ ਨੂੰ ਦਰਸਾ ਰਿਹਾ ਹੈ। ਇਸ ਥਾਂ ਤੇ ਜਿਹੜੀ ਤੁਹਾਨੂੰ ਸੰਖਿਆਵਾਂ ਦਿਖਾਈਆਂ ਹਨ ਇਹ 10ਵੇਂ ਭਾਗ ਨੂੰ ਦਰਸਾ ਰਹੀਆਂ ਹਨ। ਇਸ ਤੋਂ ਇਲਾਵਾ 100ਵੇਂ ਭਾਗ ਨੂੰ ਜਦੋਂ ਅਸੀਂ ਦਸ਼ਮਲਵ ਤੋਂ ਬਾਅਦ ਇਸ ਤੋਂ ਵੱਧ ਸੰਖਿਆਵਾਂ ਲਗਾ ਦਿੰਦੇ ਹਾਂ ਇਹ 100ਵੇਂ ਭਾਗ ਨੂੰ ਦਰਸਾ ਰਹੀਆਂ ਹਨ। ਇਸੇ ਤਰ੍ਹਾਂ 1000ਵੇਂ ਭਾਗ ਨੂੰ ਵੀ ਦਰਸਾ ਸਕਦੇ ਹਾਂ। 4.1 2 3 ਜਦੋਂ ਦਸ਼ਮਲਵ ਤੋਂ ਬਾਅਦ 3 ਸੰਖਿਆਵਾਂ ਆ ਗਈਆਂ ਤਾਂ ਉਹ 1000ਵੇਂ ਭਾਗ ਨੂੰ ਵੀ ਦਰਸਾ ਦਿੰਦੀਆਂ ਹਨ। ਬੇਟੇ ਇਸ ਤੋਂ ਬਾਅਦ ਆ ਗਿਆ ਚਿੱਤਰ ਅਲੇਖ। 21ਵੀਂ ਸਾਡੀ ਇਹ ਸਲਾਈਡ ਹੈ ਚਿੱਤਰ ਅਲੇਖ। ਚਿੱਤਰ ਅਲੇਖ ਸਾਡਾ ਸਟੈਟਿਸਟਿਕਸ ਨਾਲ ਰਿਲੇਟਡ ਬੇਸਿਕ ਹੈ ਬੇਟਾ। 6ਵੀਂ ਕਲਾਸ ਵਿੱਚ ਇਸ ਦੇ ਸਵਾਲ ਹਨ। ਜਿਵੇਂ ਪਿੰਡ A ਹੈ, ਇਸ ਵਿੱਚ 1 2 3 4 5 6 ਟਰੈਕਟਰ ਹਨ। ਇਸ ਵਿੱਚ ਬੇਟੇ ਚਿੱਤਰ ਬਣੇ ਹੁੰਦੇ ਹਨ ਅਤੇ ਇਸ ਦੇ ਸਾਹਮਣੇ ਜੋ ਹੁੰਦਾ ਇਸ ਨੂੰ ਗਿਣ ਕੇ ਇਸ ਦੇ ਨਾਲ ਰਿਲੇਟਡ ਜੋ ਵੀ ਸਵਾਲ ਤੁਹਾਡੇ ਬੇਟਾ ਆਣਗੇ ਉਹ ਤੁਸੀਂ ਇਹਨੂੰ ਪੜ੍ਹ ਕੇ ਇਹਨੂੰ ਸਮਝ ਕੇ ਕਰ ਸਕਦੇ ਹੋ। ਜਿਵੇਂ ਪਿੰਡ D ਹੈ, ਇਸ ਵਿੱਚ 3 ਟਰੈਕਟਰ ਹਨ। ਇਸ ਵਿੱਚ ਕਈ ਵਾਰੀ ਬੇਟੇ ਕੀ ਹੁੰਦਾ ਹੈ ਜਿਵੇਂ ਇੱਥੇ ਯੂਨਿਟ ਬਣਿਆ ਹੋਇਆ ਹੈ, ਇੱਕ ਟਰੈਕਟਰ ਦਾ ਸਿੰਬਲ ਹੈ। ਮੰਨ ਲਓ ਇੱਥੇ ਟਰੈਕਟਰ ਬਣਾ ਕੇ ਤੁਹਾਡੇ ਉੱਥੇ ਲਿਖਿਆ ਹੁੰਦਾ 3, तो ਇੱਕ ਟਰੈਕਟਰ ਅਗਰ 3 ਟਰੈਕਟਰਾਂ ਦਾ ਸਿੰਬਲ ਹੋਏਗਾ ਤੇ ਤੁਹਾਨੂੰ ਪੁੱਛਿਆ ਜਾਏ ਪਿੰਡ D ਵਿੱਚ ਕਿੰਨੇ ਟਰੈਕਟਰ ਹਨ ਤਾਂ ਅਸੀਂ 3 + 3 + 3 9 ਅਸੀਂ ਕਵਾਂਗੇ ਪਿੰਡ D ਵਿੱਚ 9 ਟਰੈਕਟਰ ਹਨ। ਜੇ ਇੱਥੇ ਇੱਕ ਟਰੈਕਟਰ ਦੇ ਨਾਲ 3 ਪਾਇਆ ਹੁੰਦਾ ਤਾਂ ਅਸੀਂ ਜਿਹੜੇ ਟਰੈਕਟਰ ਨੇ ਉਹਨਾਂ ਨੂੰ ਇੱਕ ਟਰੈਕਟਰ ਨੂੰ 3 ਟਰੈਕਟਰ ਮੰਨ ਕੇ ਚੱਲਣਾ ਸੀ। ਬੇਟੇ ਯੂਨਿਟ ਤੇ ਡਿਪੈਂਡ ਕਰਦਾ ਹੈ। ਚਿੱਤਰਗ੍ਰਾਫ ਵਿੱਚ ਤੁਸੀਂ ਯੂਨਿਟ ਨੂੰ ਧਿਆਨ ਨਾਲ ਪੜ੍ਹ ਕੇ ਫਿਰ ਹੀ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਦੇਣੇ ਨੇ, ਫਿਰ ਤੁਹਾਨੂੰ ਕਦੇ ਵੀ ਤੁਹਾਡਾ ਸਵਾਲ ਗਲਤ ਨਹੀਂ ਹੋਏਗਾ। ਇਹ ਸੀ ਪਿਕਟੋਗ੍ਰਾਫ। ਨੈਕਸਟ ਹੈ ਬੇਟਾ ਬਾਰ ਗ੍ਰਾਫ, ਛੜ ਅਲੇਖ। ਇਹ ਤੁਹਾਡੀ 22ਵੀਂ ਸਲਾਈਡ ਹੈ ਬੇਟਾ। ਇਸ ਵਿੱਚ ਛੜਾਂ ਖੜੀਆਂ ਹੋਈਆਂ ਹਨ, ਤੁਸੀਂ ਦੇਖ ਰਹੇ ਹੋ ਛੜਾਂ ਜਿਹੜੀਆਂ ਨੇ ਖੜੀਆਂ ਹੋਈਆਂ ਨੇ ਔਰ ਇਹਨਾਂ ਵਿੱਚ ਡਿਸਟੈਂਸ ਹੈ, ਦੂਰੀ ਹੈ, ਇਸ ਨੂੰ ਛੜ ਗ੍ਰਾਫ ਬੋਲਦੇ ਹਨ। ਆਇਤ ਚਿੱਤਰ ਇਸ ਤੋਂ ਅੱਗੋਂ ਆਏਗਾ ਬੇਟੇ, ਉਹਦੇ ਵਿੱਚ ਛੜਾਂ ਆਪਸ ਵਿੱਚ ਜੁੜ ਜਾਂਦੀਆਂ। ਇਹਦੇ ਵਿੱਚ ਬੇਟੇ ਇੱਧਰ ਜਿਹੜੀ ਹੈ ਫ੍ਰੀਕੁਐਂਸੀ ਜਿਹੜੀ ਵਾਈ ਧੁਰਾ ਹੈ, ਇੱਥੇ ਬੇਟਾ ਸੰਖਿਆਵਾਂ ਦਿੱਤੀਆਂ ਹੁੰਦੀਆਂ ਹਨ, ਯਾਨੀ ਕਿ ਇਸ ਵਿੱਚ ਫ੍ਰੀਕੁਐਂਸੀ ਦਰਸਾਈ ਜਾਂਦੀ ਹੈ ਅਤੇ ਇੱਥੇ ਵੀ ਯੂਨਿਟ ਜਿਹੜਾ ਮੈਟਰ ਕਰਦਾ ਹੈ। ਇੱਕ ਇਕਾਈ 10 ਕਰੋੜ ਦੀ, ਇੱਕ ਇਕਾਈ 10 ਕਰੋੜ ਦੀ ਹੈ। ਇਸ ਗੱਲ ਨੂੰ ਤੁਸੀਂ ਧਿਆਨ ਵਿੱਚ ਰੱਖ ਕੇ ਚੱਲਣਾ ਹੈ। ਜਨਸੰਖਿਆ ਜਦੋਂ ਦੇਖਣੀ ਹੈ ਜਿਵੇਂ ਮੰਨ ਲਓ 1951 ਹੈ ਤੇ ਇੱਥੇ 36 ਪਾਇਆ ਹੋਇਆ ਹੈ ਤਾਂ ਇਹ 36 ਕਰੋੜ ਹੋ ਜਾਏਗਾ। तो इस तरह ਵੱਧ ਘੱਟ ਜਿਹੜੇ ਨੇ ਤੁਸੀਂ ਯੂਨਿਟ ਨੂੰ ਫੋਕਸ ਕਰਕੇ ਉਸ ਤੋਂ ਬਾਅਦ ਹੀ ਛੜ ਗ੍ਰਾਫ ਦੇ ਪ੍ਰਸ਼ਨਾਂ ਦੇ ਜਵਾਬ ਜਿਹੜੇ ਨੇ ਉਹ ਦੇਣੇ ਹਨ। ਛੜ ਜਿਹੜੇ ਨੇ ਖੜਵੇਂ ਜਾਂ ਲੇਟਵੇਂ ਵੀ ਹੋ ਸਕਦੇ ਹਨ। ਕਈ ਵਾਰੀ ਜਿਹੜੇ ਛੜ ਨੇ ਉਹ ਇਸ ਡਾਇਰੈਕਸ਼ਨ 'ਚ ਵੀ ਹੁੰਦੇ ਹਨ। ਇਸ ਸਵਾਲ ਦੇ ਅਕੋਰਡਿੰਗ ਤੁਸੀਂ ਇਸ ਨੂੰ ਧਿਆਨ ਨਾਲ ਰੀਡ ਕਰਕੇ ਇਹਦੇ ਅਕੋਰਡਿੰਗ ਤੁਸੀਂ ਆਪਣੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ। ਬੇਟੇ ਇਸ ਤੋਂ ਅੱਗੋਂ ਆ ਗਿਆ ਲਾਈਨ ਗ੍ਰਾਫ। ਇਸ
ਵਿੱਚ ਜਿਹੜਾ ਗ੍ਰਾਫ ਹੈ ਉਹ ਇੱਕ ਰੇਖਾ ਦੇ ਰੂਪ ਵਿੱਚ ਚੱਲਣਾ ਹੈ ਅਤੇ ਜਿਹੜੇ ਅੰਕੜੇ ਨੇ ਉਹ ਬਦਲਦੇ ਰਹਿੰਦੇ ਹਨ। ਬਸ ਇਹ ਪੂਰਨ ਤੌਰ ਤੇ ਨਾ ਟੁੱਟੀ ਰੇਖਾ ਹੋਵੇ, ਇਸ ਨੂੰ ਰੇਖੀ ਗ੍ਰਾਫ। ਇਹ ਜਿਹੜੀ ਰੇਖਾ ਹੈ ਇਹ ਟੁੱਟਣੀ ਨਹੀਂ ਚਾਹੀਦੀ, ਲਗਾਤਾਰ ਇਹ ਚੱਲਦੀ ਹੈ। ਇਸ ਵਿੱਚ ਸਾਨੂੰ ਅਗਰ ਡਰਾ ਕਰਨਾ ਵੀ ਆ ਜਾਂਦਾ ਹੈ, ਸਾਨੂੰ ਦੋ ਕੋਈ ਵੇਰੀਏਬਲਸ ਦਿੱਤੇ ਹੁੰਦੇ ਹਨ, ਅਸੀਂ ਉਹਨਾਂ ਨੂੰ ਗ੍ਰਾਫ ਪੇਪਰ ਦੇ ਉੱਤੇ x ਤੁਰੇ y ਤੁਰੇ ਉੱਤੇ ਡਰਾ ਕਰਦੇ ਜਾਂਦੇ ਹਾਂ ਤੇ ਸਾਡੇ ਕੋਲ ਰੇਖਿਕ ਜਿਹੜਾ ਗ੍ਰਾਫ ਬਣ ਜਾਂਦਾ ਹੈ, ਲਾਈਨ ਗ੍ਰਾਫ ਬਣ ਜਾਂਦਾ ਹੈ। ਫਿਰ ਇਸ ਤੋਂ ਬਾਅਦ ਆ ਗਈ ਬਾਰੰਬਾਰਤਾ ਬਹੁਭੁਜ। ਜਦੋਂ ਅਸੀਂ ਆਇਤ ਚਿੱਤਰ ਬਣਾ ਲੈਂਦੇ ਹਾਂ, ਆਇਤ ਚਿੱਤਰ ਦੇ ਉੱਪਰ ਜਦੋਂ ਅਸੀਂ ਇਸ ਤਰ੍ਹਾਂ ਉਸਦੇ ਮੱਧ ਬਿੰਦੂ ਨੂੰ ਮਿਲਾ ਕੇ ਇੱਕ ਡਾਟਡ ਲਾਈਨ ਲਗਾਉਂਦੇ ਹਾਂ ਬੇਟੇ ਵਾਲੀ, ਇਸ ਨੂੰ ਬਾਰੰਬਾਰਤਾ ਪੋਲੀਗਨ ਯਾਨੀ ਕਿ ਬਾਰੰਬਾਰਤਾ ਬਹੁਭੁਜ ਯਾਨੀ ਕਿ ਫ੍ਰੀਕੁਐਂਸੀ ਪੋਲੀਗਨ ਬੋਲਦੇ ਹਾਂ। ਕਿਸੇ ਵੀ ਅੰਕੜਿਆਂ ਤੋਂ ਜਦੋਂ ਅਸੀਂ ਤੁਲਨਾ ਕਰਨੀ ਹੋਵੇ ਤੇ ਅੰਕੜਿਆਂ ਦਾ ਅਧਿਐਨ ਕਰਨਾ ਹੋਵੇ ਤਾਂ ਅਸੀਂ ਆਇਤ ਚਿੱਤਰ ਬਣਾਉਣ ਤੋਂ ਬਾਅਦ ਉਸ ਦੇ ਅੰਕੜਿਆਂ ਦੇ ਉੱਪਰ ਇਸ ਤਰ੍ਹਾਂ ਡਾਟਡ ਲਾਈਨ ਲਗਾਉਂਦੇ ਹਾਂ, ਇਸ ਨੂੰ ਬਾਰੰਬਾਰਤਾ ਬਹੁਭੁਜ ਕਹਿੰਦੇ ਹਨ। ਇਸ ਤੋਂ ਬਾਅਦ ਬੇਟੇ ਪਾਈ ਚਾਰਟ ਆ ਗਿਆ। ਪਾਈ ਚਾਰਟ ਜਿਹੜਾ ਹੈ 8ਵੀਂ ਕਲਾਸ ਦੇ ਸਿਲੇਬਸ ਵਿੱਚ ਹੈ, ਅਸੀਂ ਡਰਾ ਕਰਦੇ ਹਾਂ ਪਾਈ ਚਾਰਟ। ਬੇਟੇ ਜਿੰਨੀਆਂ ਵੀ ਕੋਈ ਸਾਨੂੰ ਅੰਕੜੇ ਦਿੱਤੇ ਗਏ ਨੇ ਉਹਨਾਂ ਨੂੰ ਗੋਲ ਚਾਰਟ ਦੇ ਰੂਪ ਵਿੱਚ ਦਰਸਾ ਦਿਓ ਤਾਂ ਇਹ ਪਾਈ ਚਾਰਟ ਬਣ ਜਾਂਦਾ ਹੈ। ਇਸ ਵਿੱਚ ਪਹਿਲਾਂ ਅਸੀਂ ਕੇਂਦਰੀ ਕੋਣ ਪਤਾ ਕਰਦੇ ਹਾਂ, ਸਾਨੂੰ ਜਿਹੜੇ ਵੀ ਅੰਕੜੇ ਦਿੱਤੇ ਹੁੰਦੇ ਹਨ ਉਹਨਾਂ ਦਾ ਕੇਂਦਰੀ ਕੋਣ ਪਤਾ ਕਰਕੇ ਫਿਰ ਅਸੀਂ D ਦੀ ਹੈਲਪ ਨਾਲ ਜਾਂ ਗੋਲ D ਦੀ ਹੈਲਪ ਨਾਲ ਸਾਰੇ ਕੋਣਾਂ ਨੂੰ ਇਸ ਉੱਤੇ ਦਰਸਾ ਕੇ ਪਾਈ ਚਾਰਟ ਬਣਾ ਲੈਂਦੇ ਹਾਂ, ਗੋਲ ਚਾਰਟ। ਇਸ ਤੋਂ ਬਾਅਦ ਬੇਟੇ ਅਗਲੀ ਸਲਾਈਡ ਹੈ ਸਾਡੀ ਇੰਡੀਅਨ ਨੰਬਰ ਸਿਸਟਮ। ਅਸੀਂ ਪਹਿਲਾਂ ਹੁਣੇ ਇੱਕ ਸਲਾਈਡ ਸੀ 11ਵੀਂ, ਉਹਦੇ ਵਿੱਚ ਅਸੀਂ ਨੰਬਰ ਸਿਸਟਮ ਨੂੰ ਸਟੱਡੀ ਕੀਤਾ ਸੀ ਬੇਟੇ। ਉਹਦੇ ਵਿੱਚ ਇੱਕ ਇੰਡੀਅਨ ਨੰਬਰ ਸਿਸਟਮ ਹੈ। ਜਦੋਂ ਵੀ ਅੰਕਾਂ ਦੇ ਜਿਹੜੇ ਆਪਾਂ ਸਮੂਹ ਬਣਾਉਂਦੇ ਹਾਂ ਉਹਦੇ ਵਿੱਚ ਇਕਾਈ ਦੇ ਸਮੂਹ ਵਿੱਚ 3 ਅੰਕ ਲਗਾਉਂਦੇ ਹਾਂ, ਇਕਾਈ, ਦਹਾਈ ਤੇ ਸੈਂਕੜਾ। ਫਿਰ ਹਜ਼ਾਰ, ਲੱਖ, ਕਰੋੜ, ਇਹਨਾਂ ਦੇ ਜਿਹੜੇ ਗਰੁੱਪ ਬਣਦੇ ਨੇ ਉਹਨਾਂ ਵਿੱਚ 2-2 ਅੰਕ ਹੁੰਦੇ ਹਨ। ਇਹ ਦੇਖੋ ਜਿਵੇਂ ਇੱਥੇ 54 ਕਰੋੜ 69 ਲੱਖ 56,386 ਇੱਕ ਨੰਬਰ ਲਿਖਿਆ ਹੋਇਆ ਬੇਟੇ, ਤੁਹਾਨੂੰ ਦਿਖ ਰਿਹਾ ਹੈ। ਇਹ ਦੇਖੋ ਸਭ ਤੋਂ ਪਹਿਲਾਂ ਇਹ 3 ਹਨ, 386 ਇਹ 3 ਦਾ ਗਰੁੱਪ ਬਣਿਆ, ਉਸ ਤੋਂ ਬਾਅਦ 2 ਦਾ ਗਰੁੱਪ ਬਣਿਆ ਹੈ, ਫਿਰ 2 ਦਾ, ਫਿਰ 2 ਦਾ। ਇਹਦਾ ਮਤਲਬ ਜਿਹੜੇ ਇਕਾਈ ਲਈ ਅੰਕਾਂ ਦੇ ਸਥਾਨ ਤੇ ਇਕਾਈ ਦੇ ਸਮੂਹ ਦੇ ਵਿੱਚ 3 ਅੰਕ ਹਨ, ਫਿਰ 2-2-2 ਦੇ ਹਨ। ਇਸ ਨੂੰ ਆਪਾਂ ones, tens, hundreds ਬੋਲਦੇ ਹਾਂ। ਫਿਰ ਉਸ ਤੋਂ ਬਾਅਦ thousands ਨੇ, ਫਿਰ ਉਸ ਤੋਂ ਬਾਅਦ lakhs, ਫਿਰ ਅੱਗੇ ਅੱਗੇ ਚੱਲਦਾ ਜਾਂਦਾ ਹੈ, ਕਰੋੜਸ ਆ ਗਿਆ। ਨੈਕਸਟ ਅਗਲੀ ਸਲਾਈਡ ਹੈ ਬੇਟਾ 26ਵੀਂ, ਅਗੇਨ ਅਬਾਊਟ ਅਗਲੀ ਹੈ 28ਵੀਂ ਬੇਟਾ ਇੰਟਰਨੈਸ਼ਨਲ ਨੰਬਰ ਸਿਸਟਮ। ਇਸ ਵਿੱਚ ਇੰਡੀਅਨ ਸਿਸਟਮ ਨਾਲੋਂ ਥੋੜਾ ਫਰਕ ਹੈ ਬੇਟਾ। ਇਸ ਵਿੱਚ ਪਹਿਲਾ ਜਿਹੜਾ ਸਮੂਹ ਹੈ ਉਸ ਵਿੱਚ ਇਕਾਈ ਹੈ, ਸੱਜੇ ਪਾਸਿਓਂ ਪਹਿਲਾ ਸਮੂਹ ਇਕਾਈ, ਫਿਰ ਹਜ਼ਾਰ, ਫਿਰ ਮਿਲੀਅਨ, ਫਿਰ ਬਿਲੀਅਨ ਅਤੇ ਫਿਰ ਟ੍ਰਿਲੀਅਨ ਹੈ ਤੇ ਉਹਨਾਂ ਵਿੱਚ ਕੋਮੇ ਪਾਏ ਗਏ ਹਨ। ਅਤੇ ਕਿਸੇ ਸੰਖਿਆ ਨੂੰ ਅਸੀਂ ਰੀਡ ਕਰਨਾ ਹੈ, ਜਿਵੇਂ ਇੱਕ ਸੰਖਿਆ ਦਿੱਤੀ ਹੋਈ ਹੈ ਬੇਟੇ, ਇਸ ਨੂੰ ਥੋੜੇ ਡਿਫਰੈਂਟ ਤਰੀਕੇ ਨਾਲ ਰੀਡ ਕੀਤਾ ਜਾਂਦਾ ਹੈ। 564 ਮਿਲੀਅਨ 455,678 ਇਸ ਤਰ੍ਹਾਂ ਬੇਟੇ ਇਹਨੂੰ ਰੀਡ ਕੀਤਾ ਜਾਂਦਾ ਹੈ। ਬੈਕ ਸਾਈਡ ਤੋਂ ਅਸੀਂ 678 ਬਣਿਆ ਹੈ, ਇੱਥੇ ਅਸੀਂ ਇਹਨੂੰ 455,000 ਪੜ੍ਹਨਾ ਹੈ। ਇੰਡੀਅਨ ਸਿਸਟਮ ਨਾਲੋਂ ਡਿਫਰੈਂਟ ਹੈ ਬੇਟੇ, ਉਹਦੇ ਵਿੱਚ ਇੱਥੇ ਆਪਾਂ ਇਹਨੂੰ 55,678 ਪੜ੍ਹਨਾ ਸੀ, ਪਰੰਤੂ ਇੱਥੇ ਇਸ ਨੂੰ 455,000 ਪੜ੍ਹਨਾ ਹੈ। ਇਸ ਗੱਲ ਨੂੰ ਬਹੁਤ ਧਿਆਨ ਵਿੱਚ ਰੱਖੋ ਬੇਟੇ, 455,000 ਹੈ। ਅਤੇ ਉਸ ਤੋਂ ਪਹਿਲਾਂ ਇੱਥੇ 564 ਮਿਲੀਅਨ ਪੜ੍ਹਨਾ ਹੈ। ਇਸ ਵਿੱਚ ਅਸੀਂ ਲੱਖ ਕਰੋੜ ਨਹੀਂ ਬੋਲਣਾ, ਇਸ ਵਿੱਚ ਅਸੀਂ 554 ਮਿਲੀਅਨ 455,678 ਪੜ੍ਹਨਾ ਹੈ। ਇਸ ਤਰੀਕੇ ਇੰਟਰਨੈਸ਼ਨਲ ਸਿਸਟਮ ਦੇ ਵਿੱਚ ਗਰੁੱਪਿੰਗ ਕੀਤੀ ਹੋਈ ਹੈ ਔਰ ਇਸ ਤਰੀਕੇ ਅਸੀਂ ਇਹਨਾਂ ਨੂੰ ਸੈਪਰੇਟ ਕਰਕੇ ਪੜ੍ਹਦੇ ਹਾਂ।
इस तो बाद बेटे 29वीं स्लाइड आई है रेखा गणित दी, ज्योमेट्री दी। रेखा गणित की चीज है बेटे, रेखा गणित जेड़ा है ये है गणित दी ओली शाखा जिस विच ਅਸੀਂ माप ਅਤੇ ਉਸ ਦੀ ਸਥਿਤੀ ਦਾ ਅਧਿਐਨ ਕਰਦੇ ਹਾਂ। बेटे ਜਿਵੇਂ ਰੇਖਾ ਹੋ ਗਈ, ਕੋਣ ਹੋ ਗਿਆ, ਹਨਾ, ਜਿਹਦੇ ਆਪਾਂ ਰੇਖਾ, ਕੋਣਾ, ਭੁਜਾਵਾਂ, ਕਿਰਨ, ਤਿਕੋਣ, ਇਹਨਾਂ ਚੀਜ਼ਾਂ ਦੀ ਆਪਾਂ ਜਿਹਦੇ ਵਿੱਚ ਸਟੱਡੀ ਕਰਦੇ ਹਾਂ, ਇਸ ਨੂੰ ਜਿਓਮੈਟਰੀ ਤੇ ਰੇਖਾ ਗਣਿਤ ਕਿਹਾ ਜਾਂਦਾ ਹੈ। बेटे उस तो बाद आ गया बिंदु। हुणे रेखा गणित दी टर्म आ गई है, ਜਿਹੜੀਆਂ ਚੀਜ਼ਾਂ ਮੈਂ ਹੁਣੇ ਤੁਹਾਨੂੰ ਦੱਸ ਰਹੀ ਸੀ बेटा। बिंदु ਕੀ ਹੁੰਦਾ ਹੈ? ਇੱਕ ਪੁਆਇੰਟ, ਇੱਕ ਸਭ ਤੋਂ ਛੋਟਾ ਚਿੱਤਰ ਜਾਂ ਆਕ੍ਰਿਤੀ, ਉਸ ਨੂੰ ਅਸੀਂ ਬਿੰਦੂ ਕਹਿੰਦੇ ਹਾਂ। ਇੱਕ ਬਿੰਦੀ ਦੀ ਤਰ੍ਹਾਂ ਹੈ ਬਿੰਦੂ, ਬਸ ਦੇਖੋ ਇਹ ਬਿੰਦੂ ਹੈ, ਇਹ ਜਿਹੜਾ ਮੈਂ ਹੁਣ ਡਰਾ ਕੀਤਾ ਹੈ ਇੱਕ ਬਿੰਦੂ ਹੈ। ਪ੍ਰਕਾਰ ਦੀ ਨੋਕ ਵਰਗਾ ਇਹ ਛੋਟਾ ਜਿਹਾ ਚਿੱਤਰ ਹੈ। बेटे इस तो अगली साडी स्लाइड है रेखा दी। रेखा की हुंदी है जिस दे कोई भी अंत बिंदु नहीं हुंदा। ਇਹਦੇ ਦੋਨਾਂ ਪਾਸੇ ਐਰੋ ਦਾ ਸਾਈਨ बेटे, ਐਰੋ ਦਾ ਸਾਈਨ ਬਣਿਆ ਹੁੰਦਾ ਹੈ। ਇਹ ਆ ਦੇਖੋ, ਇਹ ਦੋਨੋਂ ਸਾਈਡ ਤੇ ਐਰੋ ਦਾ ਸਾਈਨ ਹੈ, ਭਾਵ ਇਹ ਕਦੇ ਵੀ ਖਤਮ ਨਹੀਂ ਹੁੰਦੀ। ਇਸ ਦੀ ਜਿਹੜੀ ਲੰਬਾਈ ਹੈ ਉਹ ਅਸੀਮਤ ਹੈ। ਦੋਨਾਂ ਸਾਈਡ ਤੋਂ ਇਸ ਨੂੰ ਤੀਰ ਦਾ ਇਹ ਮਤਲਬ ਹੈ ਕਿ ਦੋਨਾਂ ਸਾਈਡ ਤੇ ਇਸ ਨੂੰ ਅਸੀਂ ਕਿੰਨਾ ਮਰਜ਼ੀ ਵਧਾ ਸਕਦੇ ਹਾਂ। ਇਸ ਤੋਂ ਬਾਅਦ ਬੇਟੇ ਆਈ ਕਿਰਨ। ਕਿਰਨ ਤੁਸੀਂ ਦੇਖ ਰਹੇ ਹੋ ਨਾ, ਦੇਖੋ ਇੱਕ ਪਾਸੇ ਤੀਰ ਦਾ ਨਿਸ਼ਾਨ ਹੈ, ਇੱਕ ਪਾਸੇ ਅੰਤ ਬਿੰਦੂ ਹੈ। ਜਿਸ ਦੇ ਇੱਕ ਪਾਸੇ ਅੰਤ ਬਿੰਦੂ ਹੁੰਦਾ ਹੈ ਤੇ ਦੂਜੇ ਪਾਸੇ ਤੀਰ ਦਾ ਨਿਸ਼ਾਨ ਹੁੰਦਾ ਹੈ, ਉਹ ਕਿਰਨ ਹੁੰਦੀ ਹੈ। ਇਹਨੂੰ ਇੱਕ ਸਾਈਡ ਤੇ ਅਸੀਂ ਕਿੰਨਾ ਮਰਜ਼ੀ ਵਧਾ ਸਕਦੇ ਹਾਂ, ਪਰੰਤੂ ਅੰਤ ਬਿੰਦੂ ਵਾਲੀ ਸਾਈਡ ਤੇ ਇਸ ਨੂੰ ਨਹੀਂ ਵਧਾਇਆ ਜਾ ਸਕਦਾ। ਇਸ ਨੂੰ ਕਿਰਨ ਬੋਲਦੇ ਹਾਂ। ਬੇਟੇ ਜਿਸ ਤਰ੍ਹਾਂ ਸੂਰਜ ਹੁੰਦਾ ਹੈ ਨਾ, ਸੂਰਜ ਵਿੱਚੋਂ ਕਿਰਨ ਨਿਕਲਦੀ ਹੈ, ਸੂਰਜ ਅੰਤ ਬਿੰਦੂ ਹੋ ਗਿਆ, ਉਸ ਦੇ ਅੰਦਰੋਂ ਕਿਰਨਾਂ ਨਿਕਲ ਰਹੀਆਂ ਹਨ, ਉਹ ਰੇ ਹੋ ਗਈਆਂ। बेटे उस तो अगों साडी आई एग्जांपल रेखा गणित दी अगली 33वीं स्लाइड आई है, कोण नाल संबंधित है। कोण की हुंदा है बेटे? देखो ਜਦੋਂ ਵੀ ਆਪਾਂ ਕਿਸੇ ਰੇਖਾ ਨੂੰ ਮੋੜ ਕੱਟ ਦਿੰਨੇ ਆ, ਇਹ ਦੇਖੋ ਮੋੜ ਕੱਟ ਦਿੱਤਾ, ਇਹ ਜਿਹੜਾ ਨੁੱਕਰ ਆ ਗਈ, ਇਸ ਨੂੰ ਅਸੀਂ ਕੋਣ ਕਹਿ ਦਿੰਨੇ ਆ। ਕੋਣ ਹੈ ਕੀ ਹੈ? ਕਿਤੇ ਵੀ ਸਾਡਾ ਕੋਈ ਮੋੜ ਆ ਗਿਆ, that is angle। ਇਹ ਤੁਸੀਂ ਦੇਖ ਰਹੇ ਹੋ ਪੀਲੇ ਰੰਗ ਨਾਲ ਇਹ ਬਣਿਆ ਹੋਇਆ ਹੈ, ਕੋਣ ਹੈ। ਕੋਣ ਸਾਂਝੇ ਆਰੰਭਿਕ ਬਿੰਦੂ ਵਾਲੀਆਂ ਦੋ ਕਿਰਨਾਂ ਨਾਲ ਬਣਦਾ ਹੈ। ਦੇਖੋ ਦੋ ਕਿਰਨਾਂ ਨੇ, ਇਹ ਕਿਰਨਾਂ, ਇਹ ਇਹਨਾਂ ਦਾ ਆਰੰਭਿਕ ਬਿੰਦੂ ਸਾਂਝਾ ਹੈ। ਇੱਥੋਂ ਦੋ ਕਿਰਨਾਂ ਸ਼ੁਰੂ ਹੋਈਆਂ, ਜਾਂ ਅਸੀਂ ਕਹਿ ਸਕਦੇ ਹਾਂ ਕਿਸੇ ਰੇਖਾ ਨੇ ਮੋੜ ਕੱਟ ਲਿਆ, ਜਾਂ ਅਸੀਂ ਕਹਿ ਸਕਦੇ ਹਾਂ ਦੋ ਕਿਰਨਾਂ ਇੱਕੋ ਬਿੰਦੂ ਤੋਂ ਜਦੋਂ ਆਰੰਭ ਹੁੰਦੀਆਂ ਹਨ, ਉਸ ਨੂੰ ਅਸੀਂ ਕੋਣ ਆਖਦੇ ਹਾਂ। ਇਸ ਤੋਂ ਅੱਗੋਂ ਬੇਟੇ ਸਾਡੀ ਸਲਾਈਡ ਹੈ 33ਵੀਂ, ਰੇਖਾ ਖੰਡ। ਰੇਖਾ ਖੰਡ ਕੀ ਹੁੰਦਾ ਹੈ? ਜਿਸ ਵਿੱਚ ਦੋ ਅੰਤ ਬਿੰਦੂ ਹੁੰਦੇ ਹਨ, that is line segment। Line segment is a part of a line that has two end points। It cannot be extended in any direction। ਇਸ ਨੂੰ ਕਿਸੇ ਵੀ ਡਾਇਰੈਕਸ਼ਨ 'ਚ ਅਸੀਂ ਨਹੀਂ ਵਧਾ ਸਕਦੇ ਕਿਉਂਕਿ ਖਤਮ ਹੋ ਗਈ। ਇਸ ਦੇ ਦੋ ਅੰਤ ਬਿੰਦੂ ਆ ਗਏ, ਇਸ ਤੇ ਤੀਰ ਦਾ ਨਿਸ਼ਾਨ ਨਹੀਂ ਆਂਦਾ, ਸਗੋਂ ਬਿੰਦੂ ਦਾ ਨਿਸ਼ਾਨ ਆਉਂਦਾ ਹੈ। ਬੇਟੇ ਇਸ ਤੋਂ 35ਵੀਂ ਸਲਾਈਡ ਹੈ ਪ੍ਰੋਟੈਕਟਰ। ਪ੍ਰੋਟੈਕਟਰ ਕਿਸ ਨੂੰ ਬੋਲਦੇ ਹਨ? ਡੀ ਨੂੰ ਬੋਲਦੇ ਹਨ। ਕੋਣਾਂ ਵਾਸਤੇ ਤੁਸੀਂ ਡੀ ਦੇਖੀ ਹੈ, ਤੁਹਾਡੀ ਜਿਓਮੈਟਰੀ ਬਾਕਸ 'ਚ ਆਈ ਹੈ, ਜੋ ਕਿ 0 ਤੋਂ ਸ਼ੁਰੂ ਹੋ ਕੇ 180 ਡਿਗਰੀ ਤੱਕ ਜਾਂਦੀ ਹੈ। ਇਸ ਨੂੰ ਅਸੀਂ ਪ੍ਰੋਟੈਕਟਰ, ਅਰਧ ਚੱਕਰਾਕਾਰ ਪ੍ਰੋਟੈਕਟਰ ਆਖਦੇ ਹਾਂ। ਪਰੰਤੂ ਜਦੋਂ ਇਹ ਗੋਲ ਹੋ ਜਾਂਦਾ ਹੈ, 0 ਤੋਂ ਸ਼ੁਰੂ ਹੋ ਕੇ 360 ਤੱਕ ਜਾਂਦਾ ਹੈ, ਦੁਬਾਰਾ 0 ਤੱਕ ਪਹੁੰਚ ਜਾਂਦਾ ਹੈ, ਪੂਰੀ ਗੋਲ ਡੀ ਬਣ ਜਾਂਦੀ ਹੈ, ਤਾਂ ਇਸ ਨੂੰ ਅਸੀਂ ਚੱਕਰਾਕਾਰ ਕੋਣ ਮਾਪਕ ਬੋਲਦੇ ਹਾਂ। ਇੰਗਲਿਸ਼ ਵਿੱਚ ਇਸ ਨੂੰ ਸਰਕੂਲਰ ਡਿਸਕ ਔਰ ਡੀ ਨੂੰ ਅਸੀਂ ਸੈਮੀ ਸਰਕੂਲਰ ਡਿਸਕ ਆਖਦੇ ਹਾਂ। ਜਿਹੜੀ ਡੀ ਹੈ ਸੈਮੀ ਸਰਕੂਲਰ ਡਿਸਕ ਹੈ ਤੇ ਇਹ ਜਿਹੜੀ ਹੈ ਸਰਕੂਲਰ ਡਿਸਕ ਹੈ। ਇਸ ਤੋਂ ਅਗਲੀ ਹੈ ਬੇਟਾ ਜ਼ੀਰੋ ਐਂਗਲ। ਜ਼ੀਰੋ ਐਂਗਲ ਕੀ ਹੁੰਦਾ ਹੈ? ਜਦੋਂ ਵੀ ਜ਼ੀਰੋ ਕੋਣ ਬਣਦਾ ਹੈ, ਭਾਵ ਇੱਥੋਂ ਰੇਖਾ ਸ਼ੁਰੂ ਹੋਈ, ਇੱਥੇ ਹੀ ਵਾਪਸ ਆ ਗਈ, ਇਸ ਨੂੰ ਅਸੀਂ ਜ਼ੀਰੋ ਐਂਗਲ ਆਖਦੇ ਹਾਂ। ਇਸ ਦੀਆਂ ਦੋਵੇਂ ਭੁਜਾਂ ਇੱਕ ਦੂਜੇ ਨੂੰ ਢੱਕ ਲੈਂਦੀਆਂ ਹਨ, ਭਾਵ ਸੰਪਾਤੀ ਹੁੰਦੀਆਂ ਹਨ। ਇੰਗਲਿਸ਼ ਵਿੱਚ ਇਸ ਨੂੰ ਬੇਟਾ ਜ਼ੀਰੋ ਐਂਗਲ
ਸਿਫਰ ਕੋਣ ਆਖਦੇ ਹਨ। ਇਹ ਇੱਕ ਦੂਸਰੇ ਤੇ ਕੋਇਨਸਾਈਡ ਕਰ ਜਾਂਦੇ ਹਨ। ਨੈਕਸਟ ਰਾਈਟ ਐਂਗਲ। ਬੇਟੇ ਬਹੁਤ ਤੁਸੀਂ 6ਵੀਂ ਕਲਾਸ ਤੋਂ ਇਸ ਬਾਰੇ ਪੜ੍ਹਦੇ ਆ ਰਹੇ ਹੋ। ਰਾਈਟ ਐਂਗਲ ਹੁੰਦਾ ਕੀ ਹੈ? ਰਾਈਟ ਐਂਗਲ ਉਹ ਕੋਣ ਹੁੰਦਾ ਹੈ ਜੋ 90 ਡਿਗਰੀ ਦਾ ਹੈ। ਇਹ ਦੇਖੋ 90 ਡਿਗਰੀ ਜੋ ਕਿ ਐਲ ਸ਼ੇਪ ਦਾ ਹੈ। ਐਲ ਸ਼ੇਪ ਦਾ ਇਹ ਕੋਣ ਜਿਹੜਾ ਹੈ ਰਾਈਟ ਐਂਗਲ ਹੁੰਦਾ ਹੈ। ਇਸ ਨੂੰ ਅਸੀਂ ਸਮਕੋਣ ਆਖਦੇ ਹਾਂ। ਇਸ ਤੋਂ ਅਗਲੀ ਸਾਈਡ ਹੈ ਬੇਟਾ ਨਿਊਨ ਕੋਣ ਦੀ। ਨਿਊਨ ਕੋਣ ਕੀ ਹੈ? ਜਿਹੜਾ 90 ਤੋਂ ਛੋਟਾ ਹੈ। ਇਹ ਦੇਖੋ ਤੁਸੀਂ ਐਲ ਦੇਖ ਰਹੇ ਹੋ ਨਾ, ਇਹ 90 ਡਿਗਰੀ ਹੈ ਇਹ ਵਾਲਾ। ਇਸ ਤੋਂ ਥੱਲੇ ਜਿੰਨੇ ਵੀ ਕੋਣ ਹਨ ਇਹ ਨਜ਼ਰ ਆ ਰਹੇ ਹਨ 0 10 20 30 40 50 55 65 75 89 ਤੱਕ ਜਿਹੜੇ ਨੇ 89.9 ਤੱਕ ਬੇਟਾ ਸਾਰੇ ਜਿਹੜੇ ਨੇ ਉਹ 90 ਡਿਗਰੀ ਤੋਂ ਛੋਟੇ ਹਨ ਅਤੇ ਅਸੀਂ ਇਹਨਾਂ ਨੂੰ ਐਕਿਊਟ ਐਂਗਲਸ ਯਾਨੀ ਕਿ ਨਿਊਨ ਕੋਣ ਅਸੀਂ ਕਹਿੰਦੇ ਹਾਂ। ਨਿਊਨ ਕੋਣ। ਇਸ ਤੋਂ ਅਗਲੀ ਸਲਾਈਡ ਬੇਟਾ ਪੂਰਕ ਕੋਣ। ਉਹ ਦੋ ਕੋਣ ਜਿਨ੍ਹਾਂ ਨੂੰ ਜੋੜ ਕਰਕੇ 90 ਡਿਗਰੀ ਆ ਜਾਏ। ਜਿਵੇਂ 67 ਅਤੇ 23 ਹੈ ਬੇਟਾ, ਉਦਾਹਰਨ ਦਿੱਤੀ ਹੋਈ ਹੈ ਸਲਾਈਡ ਦੇ ਵਿੱਚ। 67 ਜਮਾ 23 ਜੇ ਅਸੀਂ ਕਰ ਦਿੰਨੇ ਹਾਂ ਤਾਂ 90 ਆ ਜਾਂਦਾ ਹੈ। ਦੇਖੋ ਇਹਨਾਂ ਨੂੰ ਜੋੜ ਕੇ ਤੁਸੀਂ ਚੈੱਕ ਕਰ ਲਿਆ। 67 23 ਜਮਾ 67 90 ਬਣ ਗਿਆ। ਕੋਈ ਵੀ ਦੋ ਕੋਣ ਜਿਨ੍ਹਾਂ ਨੂੰ ਜੋੜੋ ਉਹ 90 ਆ ਜਾਏ ਉਹ ਪੂਰਕ ਕੋਣ ਹਨ। ਜਿਵੇਂ ਦੇਖੋ 30 ਜਮਾ 60 ਇਹ ਵੀ ਪੂਰਕ ਕੋਣ ਹਨ ਕਿਉਂਕਿ ਇਹਨਾਂ ਦੋਨਾਂ ਨੂੰ ਜੋੜ ਕੇ ਵੀ 90 ਆ ਰਿਹਾ ਹੈ। ਇਹਨਾਂ ਨੂੰ ਅਸੀਂ ਕੰਪਲੀਮੈਂਟਰੀ ਐਂਗਲਸ ਕਹਿੰਦੇ ਹਾਂ। ਇਸ ਤੋਂ ਅਗਲੀ ਸਲਾਈਡ ਹੈ ਬੇਟਾ ਸਰਲ ਕੋਣ ਦੀ। ਸਰਲ ਕੋਣ ਕੀ ਹੈ? ਜਿਹੜਾ ਸਿੱਧੀ ਰੇਖਾ ਉੱਤੇ ਜਿਹੜਾ ਕੋਣ ਬਣਿਆ। ਇਹ ਤੁਸੀਂ ਦੇਖ ਰਹੇ ਹੋ ਡੀ ਦੇ ਥੱਲੇ ਸਿੱਧੀ ਰੇਖਾ ਬਣੀ ਹੋਈ ਹੈ। ਇਸ ਦੇ ਉੱਤੇ 180 ਡਿਗਰੀ ਦਾ ਕੋਣ ਬਣਿਆ ਹੋਇਆ ਹੈ। 180 ਡਿਗਰੀ ਜਿਹੜਾ ਬੇਟਾ ਕੋਣ ਹੈ ਨਾ, ਇਸ ਨੂੰ ਅਸੀਂ ਸਟ੍ਰੇਟ ਐਂਗਲ ਯਾਨੀ ਕਿ ਸਰਲ ਕੋਣ ਆਖਦੇ ਹਾਂ। ਜਿਹੜਾ ਰੇਖੀ ਕੋਣਾਂ ਦਾ ਜੋੜਾ ਹੁੰਦਾ ਹੈ ਉਹ ਸਰਲ ਕੋਣ ਦੇ ਉੱਤੇ ਹੀ ਬਣਦਾ ਹੈ। ਜਦੋਂ ਆਪਾਂ ਦੋ ਕੋਣਾਂ ਦਾ ਜੋੜ ਕਰ ਦਈਏ 180 ਆ ਜਾਵੇ ਉਹ ਜਿਹੜਾ ਰੇਖੀ ਜੋੜਾ ਬਣ ਜਾਂਦਾ ਹੈ। ਇਸ ਤੋਂ ਅਗਲੇ ਆ ਗਿਆ ਸੰਪੂਰਕ ਕੋਣ। ਜੇ ਦੋ ਕੋਣਾਂ ਨੂੰ ਜੋੜ ਕਰੀਏ ਤੇ 180 ਬਣ ਜਾਵੇ ਤਾਂ ਉਹ ਸੰਪੂਰਕ ਕੋਣ ਹੁੰਦੇ ਹਨ। ਬੇਟੇ ਸੰਪੂਰਕ ਕੋਣ ਜਿਹੜੇ ਨੇ ਉਹ ਰੇਖੀ ਜੋੜੇ ਦੇ ਉੱਪਰ ਹੁੰਦੇ ਹਨ। ਰੇਖੀ ਜੋੜਾ ਵੀ ਕਹਾਉਂਦੇ ਹਨ। ਅਤੇ 110 ਹੈ, ਇਹ ਦੇਖੋ ਤੁਸੀਂ 70 ਦੇਖ ਰਹੇ ਹੋ। ਜੇ ਆਪਾਂ ਇਹਨਾਂ ਦੋਨਾਂ ਨੂੰ ਜੋੜ ਕਰ ਦਈਏ ਤਾਂ ਸਾਡਾ ਜੋੜ ਜਿਹੜਾ 180 ਆ ਜਾਵੇਗਾ ਤੇ ਇਹ ਦੋਨੋਂ ਜਿਹੜੇ ਨੇ ਸੰਪੂਰਕ ਯਾਨੀ ਕਿ ਸਪਲੀਮੈਂਟਰੀ ਐਂਗਲਸ ਬਣ ਜਾਣਗੇ। ਬੇਟੇ ਇਸ ਤੋਂ ਅਗਲੀ ਸਲਾਈਡ ਹੈ 42 ਨੰਬਰ ਸਲਾਈਡ। ਬੇਟੇ ਆਬਟਿਊਸ ਐਂਗਲ ਦੀ ਹੈ। ਆਬਟਿਊਸ ਐਂਗਲਸ ਕੀ ਨੇ? ਜਿਹੜਾ 90 ਤੋਂ ਵੱਡਾ, 90 ਤੋਂ ਜਦੋਂ ਵੱਡਾ ਹੋਣਾ ਸ਼ੁਰੂ ਹੋਏ ਐਂਗਲ, ਇਹ ਤੁਸੀਂ ਦੇਖ ਰਹੇ ਹੋ। ਇਹ 0 ਤੋਂ ਅਸੀਂ ਸ਼ੁਰੂ ਕੀਤਾ, ਇਹ ਜਾਂਦੇ 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 ਦੇਖੋ 90 ਤੇ ਆ ਗਏ। ਹੁਣ 90 ਤੋਂ ਵੱਡਾ ਹੋਣਾ ਸ਼ੁਰੂ ਹੋ ਗਿਆ। ਇਹ ਆ ਗਿਆ ਸਾਡਾ 120 130 140 150 160 170 180 190 ਨੋ ਬਸ 180। 90 ਤੋਂ ਵੱਡਾ 180 ਤੋਂ ਛੋਟਾ ਜਦੋਂ ਵੀ ਆਏਗਾ ਉਹ ਸਾਡਾ ਅਧਿਕ ਕੋਣ ਹੋਏਗਾ। ਤੇ ਜਦੋਂ 180 ਤੋਂ ਵੱਡਾ ਹੋ ਗਿਆ ਉਹ ਰਿਫਲੈਕਸ ਐਂਗਲ ਬਣ ਜਾਏਗਾ। ਬੇਟੇ ਉਹ ਤੁਹਾਡਾ ਅਗਲੀ ਸਲਾਈਡ ਤੇ ਆ ਰਿਹਾ ਹੈ। ਦੇਖੋ 210 ਡਿਗਰੀ ਬਣ ਗਿਆ ਨਾ। ਇੱਥੇ 0 ਤੋਂ ਅਸੀਂ ਸ਼ੁਰੂ ਕੀਤਾ, ਚਲਦੇ 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 ਇੱਥੇ ਸਾਡਾ ਰਾਈਟ ਐਂਗਲ ਆਇਆ। ਰਾਈਟ ਐਂਗਲ ਤੋਂ ਵੱਡੇ ਹੁੰਦੇ 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 ਸਿੱਧਾ ਕੋਣ ਆਇਆ, ਇੱਥੇ ਸਟ੍ਰੇਟ ਐਂਗਲ ਆਇਆ ਤੇ ਉਸ ਤੋਂ ਜਦੋਂ ਵੱਡਾ ਕੋਣ ਆ ਗਿਆ ਸਾਡਾ ਰਿਫਲੈਕਸ ਐਂਗਲ ਆ ਗਿਆ। ਰਿਫਲੈਕਸ ਐਂਗਲ, ਇਸ ਨੂੰ ਪੰਜਾਬੀ ਵਿੱਚ ਬ੍ਰੇਹਤ ਕੋਣ ਵੀ ਬੇਟੇ ਕਿਹਾ ਜਾਂਦਾ ਹੈ। ਬ੍ਰੇਹਤ ਕੋਣ, ਰਿਫਲੈਕਸ ਐਂਗਲ। ਇਸ ਦਾ ਮਾਪ 180 ਤੋਂ ਵੱਡਾ ਅਤੇ 360 ਤੋਂ ਛੋਟਾ ਹੁੰਦਾ ਹੈ। ਬੇਟੇ ਇੱਥੋਂ ਸ਼ੁਰੂ ਕਰਕੇ 180 ਤੋਂ ਵੱਡੇ ਜਿੰਨੇ ਵੀ ਇਹ ਸਾਰੇ ਕੋਣ ਹੋਣਗੇ ਇਸ ਦਾਇਰੇ ਦੇ ਅੰਦਰ, ਡੀ ਦੇ ਹੇਠਾਂ ਵਾਲੇ ਪਾਸੇ ਤੇ ਜਿੰਨੇ ਵੀ ਐਂਗਲ ਬਣਨਗੇ ਬੇਟਾ ਇਹ ਸਾਰੇ ਜਿਹੜੇ ਨੇ ਰਿਫਲੈਕਸ ਐਂਗਲ ਬਣਨਗੇ, ਬ੍ਰੇਹਤ ਕੋਣ ਬਣਨਗੇ। ਬੇਟੇ ਇਸ ਤੋਂ ਅਗਲੀ ਸਲਾਈਡ ਹੈ ਸੰਪੂਰਨ ਕੋਣ ਦੀ। 44ਵੀਂ ਸਲਾਈਡ ਹੈ ਸੰਪੂਰਨ। ਸੰਪੂਰਨ ਯਾਨੀ ਕਿ ਕੰਪਲੀਟ ਐਂਗਲ।
ਇਹ ਇੱਕ ਡੀ ਤੁਸੀਂ ਦੇਖ ਰਹੇ ਹੋ, ਗੋਲ ਡੀ ਹੈ ਬੇਟਾ। ਜ਼ੀਰੋ ਤੋਂ ਸ਼ੁਰੂ ਕਰਕੇ ਦੁਬਾਰਾ ਅਸੀਂ ਜ਼ੀਰੋ ਤੇ ਆ ਗਏ, ਪੂਰਾ ਗੋਲ ਚੱਕਰ ਬਣ ਗਿਆ। that is complete angle 360 डिग्री। इस तो अगे बेटे रेखावां नाल रिलेटेड तुहाडी 45वीं स्लाइड है। जदों भी कोई दो रेखावां आपस विच कटदियां हुंदियां हन तां असीं इन्हां नूं इंटरसैक्टिंग लाइनस यानी कि काटवियां रेखावां कहंदे हां। इंटरसैक्टिंग लाइनस जिहड़ियां ने एक दूजे नूं कट रहीआं हुंदियां हन। इस तो अगली आ गई बेटे लंब। लंब की हुंदा है? जदों कोई दो रेखावां 90 डिग्री का एंगल बना रही होंदियां तो उन्होंने असीं लंब रेखावां बोलते हाँ। 90 डिग्री का जदों एंगल बन रहा हुंदा है तो लंब हुंदा है। इनू आपां इंग्लिश विच बेटे परपेंडिकुलर कह दिंदे हाँ। टी जिहड़ा इंग्लिश का लैटर है जिहदा पुट्ठा आपां कर दईए तां जिहड़ा ये सिंबल बनता है इसदा सिंबल है, इसनूं पुट्ठी टी नाल डिनोट किया जाता है। अगली बेटा स्लाइड नहीं आ रही, इहदा मतलब जिहड़ी मेरे कोल ये स्लाइड्स ने 46 ने बेटा। इस तो बाद जिहड़ियां होर भी स्लाइड्स आ चुकियां ने मैं वो भी डाउनलोड करके तुहानूं इस तरह होर वीडियो बना के भेजूंगी तुहाडे लई बेटा। मैं चाहनी हां तुसीं सारियां स्लाइड्स नूं ध्यान नाल समझ लवो अते PAS दे एग्जाम विच तुसीं वधिया वधिया नंबर लवो अते विभाग वालों तुहाडे लई जो उद्यम कीते जांदे हन उन्हां नूं तुसीं सफल करो। पढ़ लिख के तुसीं बेटे गणित नूं वधिया वधिया तरीके नाल करके अपना अपने देश दा माँ बाप दा नाम रोशन करो। प्यारे बच्चों, सत श्री अकाल। थैंक यू ऑल ऑफ यू।